ਸਟੇਟਸ ਤੋਂ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਕਾਹਦੇ ਉੱਤੇ ਵੀਡੀਓ ਆ। ਤੇ ਲਿੰਕ ਮੈਂ ਆਪਦੇ ਇਸ ਕਰਕੇ ਦੇਈ ਜਾਂਦਾ ਵੀ ਲੋੜ ਪੈ ਸਕਦੀ ਹੈ ਮੇਰੇ ਤੱਕ ਪਹੁੰਚ ਕਰਨ ਦੀ। ਇੰਸਟਾ ਦਾ ਦੇਤਾ, ਟੈਲੀਗ੍ਰਾਮ ਦਾ ਦੇਤਾ। ਯੂਪੀ ਦੇ ਵਿੱਚ ਹੁਣ ਜਿਹੜੀਆਂ ਇਹਨਾਂ ਨੇ ਕਿਤਾਬਾਂ ਛਾਪੀਆਂ ਜਾਂ ਜਿਹੜਾ ਇਹਨਾਂ ਨੇ PDF ਫਾਈਲਾਂ ਆਪਦੇ ਸਿਲੇਬਸ 'ਚ ਕੀਤੀਆਂ, ਉਹਦੇ ਵਿੱਚੋਂ ਮੈਂ ਸਿਰਫ ਔਰ ਸਿਰਫ ਇਕੱਲੇ ਗੁਰੂ ਗੋਬਿੰਦ ਸਿੰਘ ਜੀ ਦਾ ਐਗਜ਼ਾਮਪਲ ਲੈ ਕੇ ਤੁਹਾਨੂੰ ਦੱਸਣਾ ਚਾਹਣਾ। ਤੇ ਇਹਦੇ ਵਿੱਚ ਜਿੰਨੀਆਂ ਵੀ ਮੈਂ ਕੁਛ ਲਾਈਨਾਂ ਕੋਟ ਕੀਤੀਆਂ ਹੋਈਆਂ ਜਿੱਥੇ ਇਹਨਾਂ ਨੇ ਗਲਤ ਚੀਜ਼ਾਂ ਛਾਪੀਆਂ, ਤੇ ਇਹ ਸਿਰਫ ਔਰ ਸਿਰਫ ਗੁਰੂ ਗੋਬਿੰਦ ਸਿੰਘ ਜੀ ਬਾਰੇ ਆ। ਪਹਿਲੀ ਗੱਲ ਤਾਂ ਇਹ ਆ ਵੀ ਬਥੇਰੇ ਥਾਵਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਥਾਂ ਤੇ ਇਹਨਾਂ ਨੇ ਸਿਰਫ ਔਰ ਸਿਰਫ ਗੋਬਿੰਦ ਸਿੰਘ ਲਿਖਿਆ। ਜਦੋਂ ਯਾਰ ਅਸੀਂ ਤੁਹਾਡੇ ਦੇਵੀ ਦੇਵਤਿਆਂ ਦੀ ਜਦੋਂ ਅਸੀਂ ਨਾਂ ਲੈਂਦੇ ਹਾਂ, ਬੜਾ ਆਦਰ ਸਹਿਤ ਅਸੀਂ ਨਾਮ ਲੈਂਦੇ ਹਾਂ, ਪਰ ਤੁਸੀਂ ਇੱਥੇ ਸਿਰਫ ਗੋਬਿੰਦ ਸਿੰਘ ਤੇਗ ਬਹਾਦਰ ਜੀ ਦੇ ਜਿਹੜੇ ਮਤਲਬ ਇਹਨਾਂ ਨੇ ਚੈਪਟਰ ਕੀਤਾ, ਉੱਥੇ ਵੀ ਤੇਗ ਬਹਾਦਰ ਕਰ ਰੱਖਿਆ ਇਹਨਾਂ ਨੇ। ਠੀਕ ਆ, ਪਹਿਲਾਂ ਤਾਂ ਇੱਕ ਗੱਲ ਕਲੀਅਰ ਕਰਦੀ ਹੈ ਸੀ ਵੀ ਕਿਸੇ ਵੀ ਸਿੱਖ ਗੁਰੂ ਨੇ ਜਾਂ ਮੌਜੂਦਾ ਟਾਈਮ ਤੱਕ ਜਿੰਨੇ ਵੀ ਸਿੱਖ ਸ਼ਹੀਦ ਹੋਏ ਆ ਜਾਂ ਯੋਧੇ ਸ਼ਹੀਦ ਹੋਏ ਆ, ਕਿਸੇ ਨੇ ਵੀ ਹਿੰਦੂ ਧਰਮ ਵਾਸਤੇ ਆਪਦੀ ਸ਼ਹੀਦੀ ਨਹੀਂ ਦਿੱਤੀ। ਜਿਹੜੇ ਇਹ ਚੀਜ਼ ਭੰਡ ਰਹੇ ਨੇ ਨਾ ਵੀ ਸ਼ਹੀਦੀ ਦਿੱਤੀ ਆ ਜਾਂ ਮਤਲਬ ਹਿੰਦੂ ਧਰਮ ਵਾਸਤੇ ਇਹਨਾਂ ਨੇ ਆਪਦੀ ਬਲੀਦਾਨ ਦਿੱਤੇ ਆ, ਅਸੀਂ ਨਹੀਂ ਦਿੱਤੇ। ਤੇ ਆਹ ਜਿਹੜਾ ਮੈਂ ਚੈਪਟਰ ਦੀ ਗੱਲ ਕਰੀ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਵਾਲਾ, ਇਹ ਹੈਗਾ 13 ਚੈਪਟਰ। ਸੈਲਫ ਸਟੱਡੀਜ਼ ਕਰਕੇ ਇਹਨਾਂ ਦੀ ਇੱਕ ਵੈਬਸਾਈਟ ਆ, NCERT ਦੇ ਸਾਰੀਆਂ ਕਿਤਾਬਾਂ ਨੇ ਉਹਦੇ ਵਿੱਚ ਯੂਪੀ ਦੇ ਥੱਲੇ ਜਿਹੜੇ ਸੈਕਸ਼ਨ ਬਣੇ ਆ 5ਵੀਂ ਤੋਂ ਲੈ ਕੇ 8ਵੀਂ ਤੱਕ ਜਿਹੜੀਆਂ ਕਿਤਾਬਾਂ ਨੇ, ਉਹਦੇ ਵਿੱਚ ਇਕੱਲਾ ਗੁਰੂਆਂ ਦਾ ਹੀ ਇਹਨਾਂ ਨੇ ਇਤਿਹਾਸ ਨਹੀਂ ਪਾਇਆ, ਹੋਰ ਵੀ ਸੰਤ ਮਹਾਂਪੁਰਸ਼ਾਂ ਦਾ ਪਾਇਆ ਜਾਂ ਅਜੋਕੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪਾਇਆ, ਭਗਤ ਸਿੰਘ ਦਾ ਪਾਇਆ। ਸਾਰੇ ਇਹਨਾਂ ਨੇ ਤਕਰੀਬਨ ਲਗਭਗ ਗਲਤ ਪਾਇਆ। ਹੁਣ ਇਹਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਕੋਟੇਸ਼ਨਾਂ ਦੇਣ ਲੱਗਿਆ, ਕਿਹਨੂੰ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਰੀਰ ਛੱਡਿਆ, ਜੋਤੀ ਜੋਤ ਸਮਾਏ, ਉਹ ਕਿੱਥੇ ਸਮਾਏ ਆ। ਇਹਨਾਂ ਨੇ ਲਿਖਿਆ ਮ੍ਰਿਤੂ ਸਥਾਨ ਨਾਂਦੇ, ਜਿਹੜਾ ਕਿ ਹੈਦਰਾਬਾਦ 'ਚ ਆ। ਫਿਰ ਕਈ ਥਾਵਾਂ ਦੇ ਉੱਤੇ ਮੈਂ ਪਹਿਲਾਂ ਕਿਹਾ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਥਾਂ ਤੇ ਕੱਲਾ ਗੋਬਿੰਦ ਸਿੰਘ ਵਰਤਿਆ। ਅੱਗੇ ਇਹ ਕਹਿੰਦੇ ਆ, ਅਬ ਗੁਰੂ ਲੋग धार्मिक गुरु के साथ साथ राजा के समान रहने लगे, इनके शिष्य इन्हें भेंट देते। इस कार्य के लिए इन्होंने स्थान स्थान पर कुछ व्यक्ति नियुक्त कर दिए जिन्हें मसंद कहते थे। ਹੁਣ ਸੰਗਤ ਫੈਸਲਾ ਕਰ ਲੇ, ਮੈਂ ਸਾਰੀਆਂ ਕੋਟੇਸ਼ਨਾਂ ਪੜ੍ਹ ਦੂੰਗਾ ਇਹਨਾਂ ਦੀਆਂ, ਵੀ ਇਹਨਾਂ ਨੇ ਸਿੱਖ ਧਰਮ ਨੂੰ ਜਾਂ ਸਿੱਖ ਦੇ ਜਿਹੜੇ ਜਿਵੇਂ ਹੁਣ ਇੱਥੇ ਮਸੰਦਾਂ ਦੀ ਗੱਲ ਕੀਤੀ ਆ ਵੀ ਉਹ ਕੀ ਸਥਾਨ ਰੱਖਦੇ ਸੀ, ਉਹਨਾਂ ਦਾ ਕੀ ਕੰਮ ਸੀ, ਤੇ ਇਹਨਾਂ ਨੇ ਕਿਵੇਂ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਤਾ। ਅੱਗੇ ਕਹਿੰਦੇ ਇਹ, गुरु गोबिंद सिंह आनंदपुर में लगभग 20 वर्षों तक रहे और जहां उन्होंने हिंदू धर्म ग्रंथों का बड़ी गंभीरता से अध्ययन किया। इसी बीच उन्होंने एक पुस्तक का संकलन और संपादन किया जिसे दसम ग्रंथ कहते हैं। ਇਹ ਸਾਡੇ ਧਾਰਮਿਕ ਗ੍ਰੰਥਾਂ ਨੂੰ ਕਿਤਾਬਾਂ ਦੱਸ ਰਹੇ ਨੇ। ਅੱਗੇ ਕਹਿ ਰਿਹਾ ਇਹ, गुरु नानक की भांति वे भी एक ईश्वर को मानने वाले थे। ਹੁਣ ਇਹਨਾਂ ਦੇ ਰਾਈਟਰ ਨੇ ਗੁਰੂ ਨਾਨਕ ਜੀ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਜੋਤ ਆ, ਹੁਣ ਅਸੀਂ ਤਾਂ ਇੱਕੋ ਜੋਤ ਸਮਝਦੇ ਹਾਂ, ਇਹਨਾਂ ਨੇ ਵੱਖੋ ਵੱਖ ਜੋਤਾਂ ਬਣਾਤੀਆਂ ਦੋਨੋਂ। ਫਿਰ ਅੱਗੇ ਦੂਜੀਆਂ ਕਿਤਾਬਾਂ ਦਾ ਗ੍ਰੰਥਾਂ ਨੂੰ ਵੀ ਇਹਨਾਂ ਨੇ ਕਿਤਾਬਾਂ ਦਾ ਨਾਮ ਦਿੱਤਾ। ਚੰਡੀ ਚਰਿੱਤਰ ਨੂੰ ਵੀ ਕਿਤਾਬ ਕਹਿਤਾ, ਚੰਡੀ ਦੀ ਵਾਰ ਨੂੰ ਵੀ ਇਹਨਾਂ ਨੇ ਕਿਤਾਬ ਕਹਿਤਾ। ਤੇ ਅੱਗੇ ਇਹਨਾਂ ਨੇ ਲਿਖਿਆ, इन्होंने एक पुस्तक विचित्र नाटक भी लिखी। ਫਿਰ ਅੱਗੇ ਕਹਿੰਦੇ ਆ, ਸਨ 1699 ਦੇ ਵਿੱਚ ਖਾਲਸਾ ਪੰਥ ਜਦੋਂ ਸਾਜਿਆ, ਉਦੋਂ जहाँ हजारों मनुष्यों की भीड़ इकट्ठी थी, गुरु गोबिंद सिंह आए। उन्होंने कहा, आप सब लोग मेरे भक्त हैं, आज खालसा के लिए बलिदान की आवश्यकता है और सबसे बड़ा बलिदान मनुष्य का ही हो सकता है। फिर ਅੱਗੇ ਕਹਿ ਰਹੇ ਨੇ ਇਹ, ਵੇ ਬੋਲੇ ਵੀ ਗੁਰੂ ਸਾਹਿਬ ਦੀ ਵਰਡਿੰਗ ਆ ਵੀ ਵੇ ਬੋਲੇ ਏਕ ਬਲੀ ਔਰ ਚਾਹੀਏ। ਜਦੋਂ ਇੱਕ ਦਾ ਸੀਸ ਕੱਟਤਾ ਤੇ ਉਦੋਂ ਬਾਅਦ ਦੁਬਾਰਾ ਬਾਹਰ ਆਏ ਆ, ਉਦੋਂ ਫਿਰ ਇਹਨਾਂ ਨੇ ਕਿਹਾ ਵੀ ਏਕ ਬਲੀ ਔਰ ਚਾਹੀਏ। ਐਵੇਂ ਕਰਕੇ ਇਹ ਕਿਤੇ ਵੀ ਸ਼ਹੀਦੀ ਅੱਖਰ ਨਹੀਂ ਵਰਤਦੇ, ਸਤਿਕਾਰ ਨਾਲ ਗੱਲ ਨਹੀਂ ਕਰਦੇ, ਸਿਰਫ ਬਲੀ ਤੇ ਬਲੀਦਾਨ ਦੀ ਗੱਲ ਕੀਤੀ ਆ। ਤੇ ਪੰਜ ਪਿਆਰੇ कहलाए क्योंकि वे मृत्यु का डर छोड़कर अपनी बलि देने को ਤਿਆਰ ਹੋ ਗਏ। ਹੁਣ ਅਖੀਰ ਦੇ ਵਿੱਚ ਜਦੋਂ ਔਰੰਗਜ਼ੇਬ ਨਾਲ ਲੜਾਈ ਹੁੰਦੀ ਆ,
ਉਦੋਂ ਇਹ ਕਹਿ ਰਿਹਾ ਕਿ गोविंद सिंह पर आक्रमण किया जाए, अनंतपुर घिर गया, बड़ी कठिनाई से गुरु गोबिंद सिंह वहां से कुछ साथियों के साथ बच निकले। ਹੁਣ ਦੇਖਣ ਵਾਲੀ ਗੱਲ ਇਹ ਆ ਵੀ ਇਹਨਾਂ ਨੇ ਕਿਵੇਂ ਤੋੜ ਮਰੋੜ ਕੇ ਸਾਰਾ ਇਤਿਹਾਸ ਲਿਖਿਆ। ਕੁਝ ਉਹਦੇ ਵਿੱਚੋਂ ਚੀਜ਼ਾਂ ਚੱਕ ਕੇ ਹਿੰਦੂ ਧਰਮ ਆਪਦੇ ਮੁਤਾਬਕ ਵੀ ਇਹਨਾਂ ਨੇ ਲਿਖੀਆਂ। ਹੁਣ ਬੰਦਾ ਪੁੱਛਣ ਵਾਲਾ ਹੋਵੇ ਵੀ ਤੁਹਾਨੂੰ ਅਥਾਰਟੀ ਕਿਹਨੇ ਦਿੱਤੀ ਸੀ, ਜਾਂ ਤੁਹਾਡੇ ਕੋਲ ਇਹੋ ਜਿਹਾ ਕਿਹੜਾ ਪੈਰਾਮੀਟਰ ਸੀ ਵੀ ਜੇ ਤੁਸੀਂ ਸਿੱਖਾਂ ਦਾ ਇਤਿਹਾਸ ਆਪਦੇ ਸਕੂਲਾਂ 'ਚ ਜਦੋਂ ਦੇਈ ਜਾਂਦੇ ਹੋ ਤਾਂ ਕਿਹਦੇ ਤੋਂ ਪਰਮਿਸ਼ਨ ਲੈ ਕੇ ਤੁਸੀਂ ਇਸ ਚੀਜ਼ ਨੂੰ ਪਹਿਲਾਂ ਮਤਲਬ ਅਥੈਂਟੀਕੇਟ ਕੀਤਾ ਕਿ ਭਾਈ ਅਸੀਂ ਆਹ ਛਾਪਣ ਲੱਗੇ ਆ ਵੀ ਇਹ ਸਹੀ ਹੈ ਜਾਂ ਗਲਤ ਆ। ਉਹਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਸਾਡੀਆਂ ਨੇ, ਚਾਹੇ ਉਹ SGPC ਆ, ਚਾਹੇ ਉਹ ਜਥੇਦਾਰ ਆ, ਜਿੰਨੇ ਵੀ ਹੈਗੇ ਆ ਵੀ ਉਹ ਸਾਰੇ ਦੋਸ਼ੀ ਨੇ। ਜਥੇਦਾਰ ਤੱਕ ਵੀ ਮੈਂ ਪਹੁੰਚ ਕੀਤੀ ਸੀ ਕਿ ਫੋਨ ਕਰਕੇ ਉਹਨਾਂ ਨੂੰ ਪਤਾ ਲਵਾਇਆ ਜਾਵੇ ਕਿ ਭਾਈ ਤੁਹਾਨੂੰ ਇਸ ਚੀਜ਼ ਦਾ ਪਤਾ, ਜੇ ਤੁਹਾਨੂੰ ਇਸ ਚੀਜ਼ ਦਾ ਪਤਾ ਤਾਂ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ। ਪੰਥ ਤੇ ਗ੍ਰੰਥ ਦੀ ਮਹਾਨਤਾ ਜਿਹੜੇ ਅਸੀਂ ਆਪਦੇ ਕੌਮ 'ਚ ਮੰਨਦੇ ਹਾਂ, ਜੇ ਗ੍ਰੰਥ ਰਹਿਣਗੇ ਤਾਂ ਪੰਥ ਰਹਿੰਦਾ। ਤੇ ਜੇ ਹੁਣ ਗ੍ਰੰਥਾਂ ਦੀ ਜੋ ਦੂਰਦਸ਼ਾ ਇਹਨਾਂ ਨੇ ਕੀਤੀ ਹੋਈ ਆ ਤੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪੰਥ ਕਿੱਧਰ ਨੂੰ ਸਾਡਾ ਜਾ ਰਿਹਾ ਹੋਣਾ। ਹੁਣ ਇੱਥੋਂ ਇਹੀ ਅਸੀਂ ਚੀਜ਼ ਕਹਿਣਾ ਚਾਹੁੰਦੇ ਆ, ਕੋਈ ਬੇਨਤੀ ਨਹੀਂ, ਬੇਨਤੀ ਪਹਿਲਾਂ ਸੰਗਤ ਅੱਗੇ ਆ ਵੀ ਜੇ ਕੋਈ ਵਕੀਲ ਜਾਂ ਕੋਈ ਸੰਸਥਾ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣਾ ਚਾਹੁੰਦਾ ਤੇ ਇਹ ਸੇਵਾ ਨਿਭਾਉਣਾ ਚਾਹੁੰਦਾ ਕਿ ਅਸੀਂ ਇਸ ਚੀਜ਼ ਤੇ ਕਾਰਵਾਈ ਕਰਨੀ ਆ, ਜਾਂ ਮਤਲਬ ਅਸੀਂ ਜਿੰਨਾ ਚਿਰ ਸਜ਼ਾਵਾਂ ਨਹੀਂ ਮਿਲਦੀਆਂ ਜਾਂ ਜਿੰਨਾ ਚਿਰ ਸੰਗਤ ਖੁਸ਼ ਨਹੀਂ ਹੋ ਜਾਂਦੀ ਕਿ ਭਾਈ ਆਹ ਕੀਤਾ ਸਿੰਘਾਂ ਨੇ ਕੰਮ, ਵੀ ਕੋਈ ਵਕੀਲ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ, ਮੈਂ ਆਪਦੀ ਲਿੰਕ ਦਿੱਤੇ ਆ, ਸੰਪਰਕ ਕਰ ਲੇ। ਮੈਂ ਆਪਦੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਇਸ ਚੀਜ਼ ਨੂੰ ਉਦੋਂ ਤੱਕ ਲੜਾਂਗੇ ਜਿੰਨਾ ਚਿਰ ਸੰਗਤ ਦੇ ਕਚਹਿਰੀ ਦੇ ਵਿੱਚ ਇਹਨਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ। ਤੇ ਹੁਣ ਸਟੇਟ ਨੂੰ ਬੇਨਤੀ ਨਹੀਂ ਗੀ, ਸਟੇਟ ਨੂੰ ਤਾਂ ਅਸੀਂ ਇੱਕ ਤਰ੍ਹਾਂ ਦੀ ਚੇਤਾਵਨੀ ਆ ਵੀ ਸੈਂਟਰ ਸਰਕਾਰ ਤੇ ਸਟੇਟ ਪਹਿਲਾਂ ਇਸ ਚੀਜ਼ ਨੂੰ ਡਿਲੀਟ ਕਰੇ। ਜਿੰਨੀਆਂ ਵੀ ਐਪਾਂ ਬਣੀਆਂ ਨੇ ਉਸ ਐਪ ਦੇ ਵਿੱਚ ਇਹਨਾਂ ਨੇ ਜਿਹੜਾ ਜਿੰਨੀਆਂ ਵੀ ਇਤਿਹਾਸ ਗਲਤ ਲਿਖਿਆ ਉਹਨੂੰ ਡਿਲੀਟ ਕਰਿਆ ਜਾਵੇ, ਪਹਿਲਾਂ ਸਾਰੀਆਂ ਵੈਬਸਾਈਟਾਂ ਤੋਂ ਡਿਲੀਟ ਕੀਤਾ ਜਾਵੇ। ਤੇ ਜਿਹੜੀ ਬਣਦੀ ਇਹਨਾਂ ਉੱਤੇ FIR ਆ ਜਾਂ ਇਹਨਾਂ ਦੀ ਕਾਰਵਾਈ ਜਿਹੜੀ ਇਹਨਾਂ ਤੇ ਬਣਦੀ ਆ ਉਹ ਜਲਦ ਤੋਂ ਜਲਦ ਕੀਤੀ ਜਾਵੇ। ਹਾਲਾਂਕਿ ਹੁਣ ਇਸ ਚੀਜ਼ ਨੂੰ ਵੀ ਅਸੀਂ ਸਮਝਦੇ ਹਾਂ ਕਿ ਸਾਨੂੰ ਪਤਾ ਵੀ ਕਿੰਨੀ ਕੁ ਕਾਰਵਾਈ ਹੋਣੀ ਆ। ਤੇ ਇਹ ਜਿਹੜਾ ਅਖੌਤੀ ਯੋਗੀ ਆਦਿੱਤਿਆਨਾਥ ਆ ਤੇ ਇਹਨਾਂ ਦਾ ਜਿਹੜਾ ਸਿੱਖਿਆ ਵਿਭਾਗ ਆ, ਤਾਂ ਜਿਹੜੇ ਵੀ ਪਬਲਿਸ਼ਰ ਜਾਂ ਉੱਤੋਂ ਲੈ ਕੇ ਥੱਲੋਂ ਤੱਕ ਜਿਹੜੇ ਵੀ ਇਨਵੋਲਵ ਨੇ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਤੇ ਜੇ ਤੁਸੀਂ ਅਸਮਰਥ ਹੋ ਇਸ ਚੀਜ਼ ਦਾ ਕਿ ਹਾਂ ਜੀ ਅਸੀਂ ਨਹੀਂ ਕਰ ਸਕਦੇ, ਤਾਂ ਫਿਰ ਤੁਸੀਂ ਸਾਨੂੰ ਚਾਹੇ ਵੀਡੀਓ ਪਾ ਕੇ ਜਾਂ ਸਾਨੂੰ ਕੋਈ ਲੈਟਰ ਦੇ ਦਿਓ, ਉਹਦੇ ਵਿੱਚ ਇਹ ਕਹਿ ਦਿਓ ਕਲੀਅਰਲੀ ਕਿ ਭਾਈ ਅਸੀਂ ਕੁਛ ਨਹੀਂ ਕਰ ਸਕਦੇ, ਜਾਂ ਇਹ ਕਹੋ ਕਿ ਅਸੀਂ ਕਰਨਾ ਨਹੀਂ ਚਾਹੁੰਦੇ। ਯਾਰ ਫਿਰ ਅਸੀਂ ਜਾਣੀਏ ਜਾਂ ਸਾਡਾ ਕੰਮ ਜਾਣੇ, ਅਸੀਂ ਇਹਨਾਂ ਨੂੰ ਸਜ਼ਾ ਕਿਵੇਂ ਦੇਣੀ ਆ। ਬਟ ਇੱਕ ਚੀਜ਼ ਦੀ ਸੰਗਤ ਨੂੰ ਮੈਂ ਜ਼ਰੂਰ ਮਤਲਬ ਇੱਕ ਤਰ੍ਹਾਂ ਦਾ ਵਿਸ਼ਵਾਸ ਦਿਵਾਊਂਗਾ ਕਿ ਜਿਹੜਾ ਕੰਮ ਅੱਗੇ ਹੋ ਗਿਆ ਉਹ ਹੁਣ ਨਹੀਂ ਹੋਣਾ। ਜਿੰਨਾ ਚਿਰ ਇਸ ਅਖੌਤੀ ਯੋਗੀ ਆਦਿੱਤਿਆਨਾਥ ਨੂੰ ਸਜ਼ਾ ਨਹੀਂ ਮਿਲਦੀ ਤੇ ਅਸੀਂ ਇਹਦਾ ਉਹਨਾਂ ਚਿਰ ਵਿਰੋਧ ਕਰਾਂਗੇ ਤੇ ਲੜਦੇ ਰਹਾਂਗੇ।